हेलो स्टूडेंट्स, ਅੱਜ ਅਸੀਂ ਸ਼ੁਰੂ ਕਰ ਰਹੇ ਹਾਂ ਯਹੀਆ ਖਾਂ ਤੇ ਉਹਨਾਂ ਦੇ ਸਿੱਖਾਂ ਨਾਲ ਸੰਬੰਧ 1746 ਤੋਂ 1747 ਈਸਵੀ। ਇਸ ਤੋਂ ਪਹਿਲਾਂ ਦੋ ਵੀਡੀਓਜ਼ ਜਿਹੜੀਆਂ ਅਬਦੁਲ ਸਮਦ ਖਾਂ ਤੇ ਜ਼ਕਰੀਆ ਖਾਂ ਇਹਨਾਂ ਬਾਰੇ ਸੀਗੀਆਂ। ਤਾਜ਼ਾ ਯਹੀਆ ਖਾਂ 1745 ਵਿੱਚ ਜਦੋਂ ਜ਼ਕਰੀਆ ਖਾਂ ਦੀ ਮੌਤ ਹੋ ਜਾਂਦੀ ਆ ਤਾਂ ਉਹਦੀ ਮੌਤ ਤੋਂ ਬਾਅਦ ਇਹ ਦੋ ਪੁੱਤਰ ਹੁੰਦੇ ਆ ਜ਼ਕਰੀਆ ਖਾਨ ਦੇ, ਯਹੀਆ ਖਾਂ ਅਤੇ ਸ਼ਾਹ ਨਵਾਜ਼ ਖਾਂ। ਦੋਵਾਂ ਦੇ ਵਿਚਕਾਰ ਜਿਹੜਾ ਘਰੇਲੂ ਯੁੱਧ ਸ਼ੁਰੂ ਹੋ ਜਾਂਦਾ। ਤਾਂ ਇਸ ਘਰੇਲੂ ਯੁੱਧ ਦੇ ਵਿੱਚ ਦਿੱਲੀ ਦਾ ਵਜ਼ੀਰ ਕਮਰੁਦੀਨ ਹੁੰਦਾ। ਦਿੱਲੀ ਦਾ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ, ਤਾਂ ਉਹਦਾ ਵਜ਼ੀਰ ਕਮਰੁਦੀਨ ਹੈ, ਤਾਂ ਉਹ ਯਹੀਆ ਖਾਂ ਦਾ ਸਹੁਰਾ ਹੁੰਦਾ। ਤਾਂ ਇਸ ਕਰਕੇ ਜਿਹੜਾ ਯਹੀਆ ਖਾਂ ਤਾਂ ਇਸ ਘਰੇਲੂ ਯੁੱਧ ਦੇ ਵਿੱਚੋਂ ਜਿੱਤ ਜਾਂਦਾ ਅਤੇ ਜਨਵਰੀ 1746 ਈਸਵੀ ਵਿੱਚ ਲਾਹੌਰ ਦਾ ਸੂਬੇਦਾਰ ਬਣ ਜਾਂਦਾ। ਤਾਂ ਸ਼ਾਹ ਨਵਾਜ਼ ਖਾਂ ਨੂੰ ਮੁਲਤਾਨ ਦਾ ਸੂਬੇਦਾਰ ਬਣਾ ਦਿੱਤਾ ਜਾਂਦਾ। ਤਾਂ ਯਹੀਆ ਖਾਂ ਆਪਣੇ ਪਿਤਾ ਦੀ ਤਰ੍ਹਾਂ ਵੀ ਇੱਕ ਜ਼ਾਲਮ ਜਿਹੜਾ ਸ਼ਾਸਕ ਸਿੱਧ ਹੁੰਦਾ। ਉਸ ਨੇ ਸਿੱਖਾਂ ਦੇ ਵਿਰੁੱਧ ਉਸੇ ਤਰ੍ਹਾਂ ਹੀ ਦਮਨ ਕਰੀਆਂ ਜਿਹੜੀਆਂ ਨੀਤੀਆਂ ਆਪਣੀਆਂ ਜਾਰੀ ਰੱਖੀਆਂ। ਤਾਂ ਫਸਟ ਪੁਆਇੰਟ ਹੈ ਜੀ, ਸਿੱਖਾਂ ਦੀਆਂ ਸਰਕਾਰਾਂ ਦੇ ਵਿਰੁੱਧ ਗਤੀਵਿਧੀਆਂ ਵਿੱਚ ਤੇਜ਼ੀ। ਜਦੋਂ ਇਹਨਾਂ ਦੋਵਾਂ ਦੇ ਵਿਚਕਾਰ ਘਰੇਲੂ ਯੁੱਧ ਸ਼ੁਰੂ ਹੁੰਦਾ ਹੈ ਯਹੀਆ ਖਾਂ ਅਤੇ ਸ਼ਾਹ ਨਵਾਜ਼ ਖਾਂ ਦੇ ਵਿੱਚ, ਤਾਂ ਇਸ ਸਥਿਤੀ ਦਾ ਫਾਇਦਾ ਉਠਾ ਕੇ ਸਿੱਖ ਆਪਣੀ ਗਤੀਵਿਧੀਆਂ ਜਿਹੜੀਆਂ ਉਹ ਤੇਜ਼ ਕਰ ਦਿੰਦੇ ਆ। ਤਾਂ ਉਹ ਆਪਣੇ 100 ਦੇ ਜਥੇ ਬਣਾ ਕੇ 25 ਜਥਿਆਂ ਦੇ ਵਿੱਚ ਸੰਗਠਿਤ ਕਰ ਲੈਂਦੇ ਆਪਣੇ ਆਪ ਨੂੰ। ਤਾਂ ਉਹ ਗੁਪਤ ਸਥਾਨਾਂ ਤੋਂ ਨਿਕਲ ਕੇ ਲੁੱਟਮਾਰ ਜਿਹੜੀ ਉਹ ਕਰਕੇ ਫਿਰ ਗਾਇਬ ਹੋ ਜਾਂਦੇ। ਤਾਂ ਉਹਨਾਂ ਦਾ ਮੁੱਖ ਨਿਸ਼ਾਨਾ ਸੀ ਜਿਹੜਾ ਪਿੰਡਾਂ ਦੇ ਚੌਧਰੀ ਮੁਕੱਦਮ ਅਤੇ ਹੋਰ ਜਿਹੜੇ ਮੁਗਲ ਅਧਿਕਾਰੀ ਸੀਗੇ ਜਿਨ੍ਹਾਂ ਨੇ ਸਿੱਖਾਂ ਨੂੰ ਫੜਨ ਦੇ ਵਿੱਚ ਸਰਕਾਰ ਦੀ ਸਹਾਇਤਾ ਕੀਤੀ ਸੀ ਜ਼ਕਰੀਆ ਖਾਂ ਵੇਲੇ, ਤਾਂ ਉਹਨਾਂ ਨੂੰ ਸਜ਼ਾ ਦਿੰਦੇ। ਤਾਂ ਨੈਕਸਟ, ਜਸਪਤ ਰਾਏ ਅਤੇ ਸਿੱਖ ਸੰਘਰਸ਼। 1746 ਈਸਵੀ ਦੇ ਵਿੱਚ ਐਮਨਾਬਾਦ ਵਿੱਚ ਗੁਰਦੁਆਰਾ ਰੋੜੀ ਸਾਹਿਬ ਦੀ ਯਾਤਰਾ ਉੱਤੇ ਕੁਝ ਸਿੱਖਾਂ ਦਾ ਇੱਕ ਜਥਾ ਜਾ ਰਿਹਾ ਹੁੰਦਾ। ਤਾਂ ਰਸਤੇ ਦੇ ਵਿੱਚ ਇੱਕ ਪਿੰਡ ਆਉਂਦਾ ਗੋਂਦਲਾਵਾਲ ਸਾਹਿਬ। ਗੋਂਦਲਾਵਾਲ ਦੇ ਨਿਵਾਸੀਆਂ ਦੀਆਂ ਕੁਝ ਬੱਕਰੀਆਂ ਜਿਹੜੀਆਂ ਲੋਕ ਉਸ ਸਮੇਂ ਪਾਲਦੇ ਸੀ, ਭੇਡਾਂ ਬੱਕਰੀਆਂ, ਤਾਂ ਉਹ ਜਿਹੜੇ ਸਿੱਖ ਹੁੰਦੇ ਆ ਉਹ ਚੁੱਕ ਲੈਂਦੇ। ਤਾਂ ਉਹਨਾਂ ਲੋਕਾਂ ਨੇ ਫਿਰ ਆਪਣੀ ਸ਼ਿਕਾਇਤ ਸੀ ਉਹ ਉਸ ਸਮੇਂ ਦਾ ਜਿਹੜਾ ਉੱਥੋਂ ਦਾ ਫੌਜਦਾਰ ਸੀਗਾ ਜਸਪਤ ਰਾਏ, ਉਸ ਦੇ ਕੋਲ ਕੀਤੀ। ਤਾਂ ਜਸਪਤ ਰਾਏ ਕੌਣ ਸੀ? ਜਸਪਤ ਰਾਏ ਸੀਗਾ ਜੀ ਲਾਹੌਰ ਦੇ ਦੀਵਾਨ ਲਖਪਤ ਰਾਏ ਦਾ ਭਰਾ। ਲਾਹੌਰ ਦਾ ਜਿਹੜਾ ਉਸ ਸਮੇਂ ਦਾ ਗਵਰਨਰ ਸੀ ਉਹ ਸੀ ਯਹੀਆ ਖਾਂ, ਅਤੇ ਉਹਦਾ ਇੱਕ ਦੀਵਾਨ ਸੀਗਾ ਲਖਪਤ ਰਾਏ। ਤਾਂ ਉਹਦਾ ਭਰਾ ਹੈ ਜਸਪਤ ਰਾਏ, ਉਸ ਸਮੇਂ ਫੌਜਦਾਰ ਉੱਥੋਂ ਦਾ। ਤਾਂ ਫਿਰ ਕੀ ਹੁੰਦਾ, ਉਹ ਸਿੱਖਾਂ ਦਾ ਆਪ ਦੁਸ਼ਮਣ ਹੁੰਦਾ ਪਹਿਲਾਂ ਤੋਂ ਲਖਪਤ ਰਾਏ। ਤਾਂ ਉਸਨੇ ਸਿੱਖਾਂ ਨੂੰ ਜਿਹੜੀਆਂ ਭੇਡਾਂ ਬੱਕਰੀਆਂ ਗੋਂਦਲਾਵਾਲ ਦੇ ਲੋਕਾਂ ਨੂੰ ਵਾਪਸ ਦੇਣ ਦਾ ਹੁਕਮ ਦਿੱਤਾ। ਮਤਲਬ ਕਿ ਜਸਪਤ ਰਾਏ ਜਿਹੜਾ ਉਸ ਸਮੇਂ ਦਾ ਫੌਜਦਾਰ ਆ ਉਸਨੇ, ਪਰ ਉਸਨੇ ਉਹਨਾਂ ਦੀ ਗੱਲ ਨਹੀਂ ਮੰਨੀ। ਸਿੱਖਾਂ ਨੇ ਜਸਪਤ ਰਾਏ ਦੀ ਗੱਲ ਨਹੀਂ ਮੰਨੀ। ਤਾਂ ਜਸਪਤ ਰਾਏ ਅਤੇ ਸਿੱਖਾਂ ਦੇ ਵਿਚਕਾਰ ਜਿਹੜੀ ਉਹ ਲੜਾਈ ਉਹ ਹੋ ਜਾਂਦੀ ਹੈ। ਅਤੇ ਇਸ ਲੜਾਈ ਦੇ ਵਿੱਚ ਇੱਕ ਦਲੇਰ ਸਿੰਘ ਨਿਰਭਉ ਸਿੰਘ ਜਸਪਤ ਰਾਏ ਦੇ ਹਾਥੀ ਦੇ ਉੱਪਰ ਚੜ੍ਹ ਕੇ ਜਸਪਤ ਰਾਏ ਦਾ ਜਿਹੜਾ ਸਿਰ ਆ ਉਹ ਧੜ ਤੋਂ ਅਲੱਗ ਕਰ ਦਿੰਦਾ, ਉਸ ਨੂੰ ਮਾਰ ਦਿੱਤਾ ਜਾਂਦਾ ਜਸਪਤ ਰਾਏ ਨੂੰ। ਤਾਂ ਜਸਪਤ ਰਾਏ ਦੀ ਮੌਤ ਦੇ ਨਾਲ ਉਹਦੇ ਸੈਨਿਕਾਂ ਦੇ ਵਿੱਚ ਭਾਜਨ ਮੱਚ ਜਾਂਦੀ ਹੈ, ਮਤਲਬ ਕਿ ਉਹ ਹਾਰ ਜਾਂਦੇ ਮੈਦਾਨ। ਅਤੇ ਇਸ ਜਿੱਤ ਤੋਂ ਉਤਸ਼ਾਹਿਤ ਹੋ ਕੇ ਸਿੱਖਾਂ ਨੇ ਐਮਨਾਬਾਦ ਦੇ ਵਿੱਚ ਭਾਰੀ ਲੁੱਟਮਾਰ ਮਚਾਈ। ਅਤੇ ਜਿਹੜੀ ਘਟਨਾ ਹੈ 1746 ਈਸਵੀ ਦੀ ਹੈ। ਮਾਰਚ 1746 ਈਸਵੀ ਨੂੰ ਜਸਪਤ ਰਾਏ ਦਾ ਜਿਹੜਾ ਕਤਲ ਹੋ ਜਾਂਦਾ। ਅਤੇ ਜਿਹੜੀ ਮੁਗਲ ਫੌਜ ਸੀ ਉਸ ਸਮੇਂ ਦੀ ਜਸਪਤ ਰਾਏ ਦੇ ਅਧੀਨ ਉਹ ਹਾਰ ਜਾਂਦੀ ਹੈ। ਤਾਂ ਨੈਕਸਟ ਪੁਆਇੰਟ ਹੈ ਜੀ, ਲਖਪਤ ਰਾਏ ਦੀ ਸਿੱਖਾਂ ਦੇ ਵਿਰੁੱਧ ਕਾਰਵਾਈ। ਹੁਣ ਜਸਪਤ ਰਾਏ ਦੀ ਜਿਹੜੀ ਮੌਤ ਹੋ ਜਾਂਦੀ ਹੈ ਤਾਂ ਉਹਦਾ ਭਰਾ ਲਖਪਤ ਰਾਏ ਦੀਵਾਨ ਹੁੰਦਾ ਲਾਹੌਰ ਦਾ। ਤਾਂ ਜਦੋਂ ਲਖਪਤ ਰਾਏ ਨੂੰ ਪਤਾ ਲੱਗਦਾ ਉਹਦੇ ਭਰਾ ਦੀ ਮੌਤ ਦਾ, ਤਾਂ ਉਹ ਬਹੁਤ ਗੁੱਸੇ ਹੁੰਦਾ। ਤਾਂ ਲਾਹੌਰ ਜਾ ਕੇ ਆਪਣਾ ਜਿਹੜਾ ਗਵਰਨਰ ਸੀਗਾ ਉਸ ਸਮੇਂ ਦਾ ਯਹੀਆ ਖਾਂ, ਤਾਂ ਉਹਦੇ ਪੈਰਾਂ ਦੇ ਵਿੱਚ ਪੱਗ ਰੱਖ ਕੇ ਕਸਮ ਖਾਂਦਾ ਵੀ ਉਹਨਾਂ 'ਚ ਇੱਕ
ਜਿਹੜੀ ਆਪਣੀ ਪੱਗ ਆ ਉਹ ਨਹੀਂ ਬੰਨੇਗਾ ਜਿੰਨਾ ਚਿਰ ਉਹ ਸਿੱਖਾਂ ਦਾ ਨਾਮੋ ਨਿਸ਼ਾਨ ਨਹੀਂ ਮਿਟਾ ਦਿੰਦਾ। ਤਾਂ ਯਹੀਆ ਖਾਂ ਦਾ ਪਹਿਲਾਂ ਤੋਂ ਹੀ ਸਿੱਖਾਂ ਦੇ ਵਿਰੁੱਧ ਹੁੰਦਾ, ਤਾਂ ਉਸਨੇ ਫਿਰ ਸਿੱਖਾਂ ਨੂੰ ਕਤਲ ਕਰਨ ਦੇ ਹੁਕਮ ਦੇ ਦਿੱਤੇ। ਤਾਂ ਇਸ ਹੁਕਮ ਦੇ ਅਨੁਸਾਰ ਸਭ ਤੋਂ ਪਹਿਲਾਂ ਲਾਹੌਰ ਦੇ ਵਿੱਚ ਰਹਿਣ ਵਾਲੇ ਬਹੁਤ ਸਾਰੇ ਸਿੱਖ ਸੀ ਜਿਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਜਾਂਦਾ। ਤਾਂ 10 ਮਾਰਚ 1746 ਨੂੰ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ। ਤਾਂ ਲਖਪਤ ਰਾਏ ਨੇ ਵੀ ਇਹ ਐਲਾਨ ਕਰ ਦਿੱਤਾ ਕਿ ਕੋਈ ਸ਼ਖਸ ਜਿਹੜਾ ਨਾ ਤਾਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੇਗਾ ਅਤੇ ਨਾ ਹੀ ਗੁਰੂ ਦਾ ਨਾਂ ਲਵੇਗਾ। ਤਾਂ ਗ੍ਰੰਥ ਸਾਹਿਬ ਦੀਆਂ ਬਹੁਤ ਸਾਰੀਆਂ ਬੀੜਾਂ ਜਿਹੜੀਆਂ ਇਕੱਠੀਆਂ ਕਰਕੇ ਦਰਿਆਵਾਂ ਦੇ ਖੂਹਾਂ ਦੇ ਵਿੱਚ ਸੁਟਵਾ ਦਿੱਤੀਆਂ ਜਾਂਦੀਆਂ ਅਤੇ ਅੰਮ੍ਰਿਤਸਰ ਦੇ ਪਵਿੱਤਰ ਸਰੋਵਰ ਦੇ ਵਿੱਚ ਜਿਹੜੀ ਗੰਦਗੀ ਉਹ ਪ੍ਰਵਾਹ ਦਿੱਤੀ ਜਾਂਦੀ, ਮਿੱਟੀ ਨਾਲ ਪ੍ਰਵਾਹ ਦਿੱਤਾ ਜਾਂਦਾ। ਤਾਂ ਉਹਨਾਂ ਨੇ ਗੁੜ ਦੀ ਥਾਂ 'ਤੇ, ਲਖਪਤ ਰਾਏ ਨੇ ਗੁੜ ਦੀ ਥਾਂ 'ਤੇ ਰੂੜੀ ਸ਼ਬਦ, ਗੁੜ ਦੀ ਥਾਂ 'ਤੇ ਕਹਿੰਦੇ ਰੂੜੀ ਸ਼ਬਦ ਕਹਿਣਾ, ਕਿਉਂਕਿ ਗੁੜ ਦੇ ਵਿੱਚੋਂ ਗੁਰੂ ਦੀ ਜਿਹੜੀ ਭਾਵਨਾ ਉਹ ਝਲਕਦੀ ਆ, ਤਾਂ ਇਸ ਕਰਕੇ ਗੁੜ ਨਹੀਂ ਕਹਿਣਾ, ਰੂੜੀ ਕਹਿਣਾ। ਅਤੇ ਇੱਕ ਗ੍ਰੰਥ ਸਾਹਿਬ ਨਹੀਂ ਕਹਿਣਾ ਸੀਗਾ, ਤਾਂ ਉਹਨੂੰ ਪੋਥੀ ਕਹਿਣਾ। ਅਤੇ 2 ਆਪਸ਼ਨਾਂ ਹੋਰ ਲਾਈਆਂ ਸੀ ਉਹਨਾਂ ਦੇ ਸਿੱਖਾਂ ਦੇ ਬੰਦਸ਼ਾਂ ਵੀ ਗੁੜ ਨਹੀਂ ਕਹਿਣਾ, ਗੁੜ ਦੀ ਥਾਂ 'ਤੇ ਰੂੜੀ ਕਹਿਣਾ ਜਿਹੜੇ ਦੂਸਰੇ ਲੋਕ ਆ, ਅਤੇ ਗ੍ਰੰਥ ਨਹੀਂ ਕਹਿਣਾ, ਉਹਦੇ ਥਾਂ 'ਤੇ ਪੋਥੀ ਕਹਿਣਾ। ਅਤੇ ਇਹ ਵੀ ਜਿਹੜਾ ਯਹੀਆ ਖਾਂ ਦਾ ਹੁਕਮ ਸੀਗਾ ਉਸ ਸਮੇਂ ਦਾ। ਤਾਂ ਫਿਰ ਕੀ ਹੁੰਦਾ ਜੀ, ਜਦੋਂ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾਉਣ ਦੀ ਜਿਹੜੀਆਂ ਕਸਮਾਂ ਖਾਧੀਆਂ ਜਾਂਦੀਆਂ, ਯਹੀਆ ਖਾਂ ਵੀ ਵਿਰੋਧ ਆ ਸਿੱਖਾਂ ਦੇ, ਲਖਪਤ ਰਾਏ ਜਿਹੜਾ ਉਸ ਦਾ ਗਵਰਨਰ ਆ, ਯਹੀਆ ਖਾਂ ਦਾ ਦੀਵਾਨ ਆ ਜਿਹੜਾ ਉਹ ਵੀ ਵਿਰੋਧ ਆ। ਤਾਂ ਫਿਰ ਦੋਵੇਂ ਜਾਣੇ ਇੱਕ ਵਿਸ਼ਾਲ ਫੌਜ ਲੈ ਕੇ ਲਾਹੌਰ ਤੋਂ ਚੱਲ ਪੈਂਦੇ ਆ। ਫਿਰ ਤਾਂ ਉਸ ਸਮੇਂ ਲਗਭਗ 15,000 ਸਿੱਖ ਇਕੱਠੇ ਇੱਕ ਵਾਰੀ ਕਾਹਨੂੰਵਾਲ ਦੇ ਜੰਗਲਾਂ ਦੇ ਵਿੱਚ ਸ਼ਰਨ ਲਈ ਹੋਈ ਸੀ, ਬੈਠੇ ਹੋਏ ਸੀ, ਲੁਕੇ ਹੋਏ ਸੀਗੇ। ਤਾਂ ਜਦੋਂ ਕਾਹਨੂੰਵਾਲ ਦੇ ਨੇੜੇ ਪਹੁੰਚ ਕੇ ਮੁਗਲਾਂ ਨੇ ਸਿੱਖਾਂ 'ਤੇ ਭਾਰੀ ਗੋਲਾਬਾਰੀ ਸ਼ੁਰੂ ਕੀਤੀ, ਤਾਂ ਸਿੱਖ ਸੀ ਜਿਹੜੇ ਆਪਣਾ ਸਮਾਨ ਲੈ ਕੇ, ਜਿਹੜਾ ਆਪਣਾ ਸਾਰਾ ਸਾਜੋ ਸਮਾਨ ਲੈ ਕੇ ਨਾਲ, ਉਹ ਪਠਾਨਕੋਟ ਅਤੇ ਜੰਮੂ ਦੇ ਵਿਚਕਾਰ ਸਥਿਤ ਜਿਹੜੀਆਂ ਬਸੌਲੀ ਦੀਆਂ ਪਹਾੜੀਆਂ ਉਹਨਾਂ ਵੱਲ ਨੂੰ ਭੱਜ ਨਿਕਲਦੇ ਆਪਣੇ ਬਚਾਅ ਵਾਸਤੇ। ਪਰ ਜਿਹੜੇ ਮੁਗਲ ਸੈਨਾ ਉਹਨਾਂ ਦਾ ਪਿੱਛਾ ਕਰਨੋਂ ਨਹੀਂ ਹਟਦੀ, ਉਹਨਾਂ ਦੇ ਪਿੱਛੇ ਰਹਿੰਦੀ ਆ। ਤਾਂ ਸਿੱਖਾਂ ਲਈ ਹਾਲਾਤ ਸੀ ਜਿਹੜੇ ਬਹੁਤ ਨਾਜ਼ੁਕ ਬਣ ਗਏ ਸੀਗੇ। ਨਾਜ਼ੁਕ ਭਾਵ ਕੀ ਸਥਿਤੀ ਕੀ ਬਣ ਗਈ ਉਸ ਸਮੇਂ ਸਿੱਖਾਂ ਦੀ। ਤਾਂ ਇੱਕ ਪਾਸੇ ਤਾਂ ਸੀ ਉੱਚੀਆਂ ਉੱਚੀਆਂ ਪਹਾੜੀਆਂ, ਠੀਕ ਹੈ ਜੀ, ਸਿੱਖ ਇੱਧਰੋਂ ਆਏ, ਸਾਹਮਣੇ ਉੱਚੀਆਂ ਉੱਚੀਆਂ ਪਹਾੜੀਆਂ ਉਹਨਾਂ ਦੇ, ਹੁਣ ਉੱਧਰ ਨਹੀਂ ਚੜ੍ਹ ਸਕਦੇ। ਅਤੇ ਇੱਕ ਪਾਸੇ ਰਾਵੀ ਦਰਿਆ, ਰਾਵੀ ਦਰਿਆ ਦੇ ਵਿੱਚ ਹੜ੍ਹ ਆਇਆ ਹੋਇਆ, ਇੱਧਰਲੀ ਸਾਈਡ ਵੀ ਨਹੀਂ ਜਾ ਸਕਦੇ ਉਹ। ਤੀਸਰੀ ਤਰਫ ਜਿਹੜਾ ਪਹਾੜੀ ਇਲਾਕੇ ਦੀ ਜਿਹੜੀ ਜਨਤਾ ਹੈ ਉਹ ਵੀ ਉਹਨਾਂ ਦੇ ਵਿਰੁੱਧ ਹੈ, ਉੱਧਰ ਵੀ ਨਹੀਂ ਜਾ ਸਕਦੇ। 3 ਪਾਸਿਆਂ ਤੋਂ ਕਰਕੇ, ਇੱਕ ਪਾਸੇ ਉੱਚੀਆਂ ਉੱਚੀਆਂ ਪਹਾੜੀਆਂ, ਇੱਕ ਪਾਸੇ ਰਾਵੀ ਦਰਿਆ ਦੇ ਵਿੱਚ ਹੜ੍ਹ ਆਇਆ ਹੋਇਆ, ਇੱਕ ਪਾਸੇ ਪਹਾੜੀ ਲੋਕ ਆ ਜਿਹੜੇ ਉਹਨਾਂ ਦੇ ਵਿਰੁੱਧ ਆ, ਅਤੇ ਚੌਥੇ ਪਾਸੇ ਪਿਛਲੇ ਪਾਸਿਓਂ ਜਿਹੜੀ ਮੁਗਲ ਫੌਜ ਸੀ ਸਿੱਖਾਂ ਦਾ ਉਹ ਪਿੱਛਾ ਕਰ ਰਹੀ ਸੀ। ਅਤੇ ਇਸ ਕਰਕੇ ਉਹਨਾਂ ਦੇ ਵਾਸਤੇ ਜਿਹੜੇ ਸਾਰੇ ਰਸਤੇ ਸੀਗੇ ਉਹ ਬੰਦ ਹੋ ਜਾਂਦੇ ਆ। ਤਾਂ ਫਿਰ ਆਖਰ ਨੂੰ ਜਿਹੜੀ ਲੜਾਈ ਆ ਉਹ ਹੁੰਦੀ ਆ। ਸਿੱਖਾਂ ਦਾ ਜਿਹੜਾ ਘੋੜੇ ਆ ਉਹ ਵੀ ਵਿਚਾਰੇ ਭੁੱਖ ਨਾਲ ਮਰ ਰਹੇ ਆ, ਸਿੱਖ ਆਪ ਭੁੱਖ ਨਾਲ ਮਰ ਰਹੇ ਆ, ਉਹਨਾਂ ਕੋਲ ਹਥਿਆਰਾਂ ਦੀ ਬਹੁਤ ਘਾਟ ਆ ਗਈ ਆ। ਅਤੇ ਜਿਹੜੀ ਲੜਾਈ ਸੀਗੀ ਮਈ ਜੂਨ 1746 ਨੂੰ ਹੋਈ। ਅਤੇ ਇਸ ਦੇ ਵਿੱਚ ਸਿੱਖ ਆਪਣਾ ਘੇਰਾ ਬਣਾ ਕੇ ਲੜੇ, ਫਿਰ ਆਪਣੇ ਬੰਦੀ ਨਾਲ, ਮਤਲਬ ਕਿ ਸਿੱਖਾਂ ਨੇ ਇਸ ਤਰ੍ਹਾਂ ਦਾ ਘੇਰਾ ਬਣਾ ਲਿਆ ਵਿਚਕਾਰ ਜਿਹੜੀਆਂ ਇਸਤਰੀਆਂ ਬੱਚੇ ਸੀ ਕੁਝ, ਉਹਨਾਂ ਦੇ ਰਖਾਓ ਵਾਸਤੇ। ਤਾਂ ਇੱਥੋਂ ਫਿਰ ਮੁਗਲਾਂ ਜਿਹੜਾ ਜਿੰਨਾ ਟਾਈਮ ਉਹ ਸਾਹਮਣਾ ਕਰ ਸਕੇ ਸਾਹਮਣਾ ਕੀਤਾ ਉਹਨਾਂ ਨੇ।
ਤਾਂ ਇਸ ਲੜਾਈ ਦੇ ਵਿੱਚ 7000 ਸਿੱਖ ਇਕੱਠੇ ਇੱਕੋ ਵਾਰ 7000 ਸਿੱਖ ਜਿਹੜੇ ਉਹ ਸ਼ਹੀਦ ਹੋ ਜਾਂਦੇ ਆ। ਇੱਕੋ ਵਾਰ ਇਹਨਾਂ ਸਿੱਖਾਂ ਨੂੰ ਕਤਲ ਕਰ ਦਿੱਤਾ ਜਾਂਦਾ। ਪਹਿਲੀ ਘਟਨਾ ਇਹ, ਅਤੇ 7000 ਨੂੰ 3000 ਨੂੰ ਗ੍ਰਿਫਤਾਰ ਕਰ ਲਿਆ ਜਾਂਦਾ। ਤਾਂ ਉਹ ਜਿਹੜਾ 3000 ਸੀ ਉਹਨਾਂ ਨੂੰ ਨਕਸ਼ ਸਥਾਨ, ਜਿੱਥੇ ਅੱਜ ਕੱਲ੍ਹ ਸ਼ਹੀਦ ਗੰਜ ਆਖਿਆ ਜਾਂਦਾ ਸੀ ਉਹਨੂੰ, ਤਾਂ ਉੱਥੇ ਲਿਆ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਲਾਹੌਰ ਦੇ ਵਿੱਚ। ਤਾਂ ਇਸ ਇੱਕੋ ਹੀ ਟਾਈਮ ਦੇ ਵਿੱਚ 10000 ਸਿੱਖ ਸੀ ਜਿਹੜੇ ਉਹ ਮਾਰੇ ਜਾਂਦੇ। ਅਤੇ ਪਹਿਲੀ ਵਾਰ ਘਟਨਾ ਹੋਈ ਸੀ ਵੀ ਇੱਕੋ ਵਾਰੀ ਇੰਨੇ ਸਿੱਖ ਜਿਹੜੇ ਉਹ ਇਕੱਠੇ ਮਾਰੇ ਗਏ ਹੋਣ। ਅਤੇ ਇਸ ਕਰਕੇ ਇਸ ਘਟਨਾ ਨੂੰ ਕੀ ਕਿਹਾ ਜਾਂਦਾ, ਪਹਿਲਾ ਘੱਲੂਘਾਰਾ ਜਾਂ ਛੋਟਾ ਘੱਲੂਘਾਰਾ ਵੀ ਕਿਹਾ ਜਾਂਦਾ। ਇਸ ਤੋਂ ਬਾਅਦ ਇੱਕ ਹੋਰ ਵੱਡਾ ਘੱਲੂਘਾਰਾ ਹੋਇਆ ਸੀ, ਉਹ 1762 ਦੇ ਵਿੱਚ ਹੋਇਆ ਸੀ। ਉਹਦੇ ਵਿੱਚ ਜਿਹੜੇ ਸਿੱਖ ਸੀ ਉਹ 25 ਤੋਂ 30,000 ਮਾਰੇ ਗਏ ਸੀ। ਇਹਦੇ ਵਿੱਚ ਘੱਟ ਸਿੱਖ ਸੀ ਜਿਹੜੇ ਉਹ ਮਾਰੇ ਗਏ ਸੀਗੇ, ਇਸ ਕਰਕੇ ਇਹਨੂੰ ਛੋਟਾ ਘੱਲੂਘਾਰਾ ਕਹਿੰਦੇ। ਇਸ 'ਤੇ ਪ੍ਰਸ਼ਨ ਇਹ ਵੀ ਬਣ ਜਾਂਦਾ ਵੀ ਛੋਟਾ ਘੱਲੂਘਾਰਾ ਕਦੋਂ ਹੋਇਆ, ਤਾਂ ਜੂਨ 1746। ਅਤੇ ਕਿੱਥੇ ਹੋਇਆ? ਇਹ ਹੋਇਆ ਜੀ ਕਾਹਨੂੰਵਾਲ ਦੇ ਜੰਗਲਾਂ। ਤਾਂ ਨੈਕਸਟ ਪੁਆਇੰਟ ਹੈ ਜੀ ਯਹੀਆ ਖਾਂ ਦਾ ਪਤਨ। ਨਵੰਬਰ 1746 ਦੇ ਵਿੱਚ ਕੀ ਹੁੰਦਾ, ਦੁਬਾਰਾ ਤੋਂ ਫਿਰ ਯਹੀਆ ਖਾਂ ਅਤੇ ਉਹਦੇ ਭਰਾ ਸ਼ਾਹ ਨਵਾਜ਼ ਖਾਂ ਦੇ ਵਿਚਕਾਰ ਜਿਹੜਾ ਘਰੇਲੂ ਲੜਾਈ ਆ ਉਹ ਸ਼ੁਰੂ ਹੋ ਜਾਂਦੀ। ਯਹੀਆ ਖਾਂ ਪੰਜਾਬ ਦਾ ਗਵਰਨਰ ਸੀ ਅਤੇ ਸ਼ਾਹ ਨਵਾਜ਼ ਖਾਂ ਮੁਲਤਾਨ ਦਾ। ਪਹਿਲੇ ਘਰੇਲੂ ਯੁੱਧ ਦੇ ਵਿੱਚ ਸ਼ਾਹ ਨਵਾਜ਼ ਖਾਂ ਹਾਰ ਜਾਂਦਾ ਸੀ, ਉਹਨੂੰ ਇਕੱਲਾ ਮੁਲਤਾਨ ਮਿਲਦਾ। ਤਾਂ ਹੁਣ ਇਹ ਲੜਾਈ ਜਿਹੜੀ ਉਹ 5 ਮਹੀਨੇ ਚੱਲਦੀ ਆ। ਤਾਂ ਅੰਤ ਵਿੱਚ ਸ਼ਾਹ ਨਵਾਜ਼ ਖਾਂ ਸੀ ਜਿਹੜਾ ਉਹ ਜੇਤੂ ਰਹਿੰਦਾ। ਅਤੇ 21 ਮਾਰਚ 1747 ਨੂੰ ਲਾਹੌਰ ਦਾ ਨਵਾਂ ਸੂਬੇਦਾਰ ਕੌਣ ਬਣ ਜਾਂਦਾ? ਫਿਰ ਸ਼ਾਹ ਨਵਾਜ਼ ਖਾਂ। ਅਤੇ ਸ਼ਾਹ ਨਵਾਜ਼ ਖਾਂ ਨੇ ਫਿਰ ਯਹੀਆ ਖਾਂ ਆਪਣਾ ਭਰਾ ਸੀ ਉਹਦਾ, ਅਤੇ ਲਖਪਤ ਰਾਏ ਜਿਹੜਾ ਉਹਦਾ ਦੀਵਾਨ ਸੀ, ਇਹਨਾਂ ਨੂੰ ਕੈਦ ਵਿੱਚ ਸੁੱਟ ਦਿੰਦਾ। ਤਾਂ ਸ਼ਾਹ ਨਵਾਜ਼ ਖਾਂ ਨੇ ਲਖਪਤ ਰਾਏ ਦੇ ਥਾਂ 'ਤੇ ਆਪਣਾ ਦੀਵਾਨ ਕਿਹਨੂੰ ਰੱਖਿਆ? ਕੌੜਾ ਮੱਲ, ਇੱਕ ਸਹਿਜਧਾਰੀ ਸਿੱਖ ਸੀ ਕੌੜਾ ਮੱਲ, ਜਿਹਨੂੰ ਸਿੱਖ ਪਿਆਰ ਨਾਲ ਮਿੱਠਾ ਮੱਲ ਕਹਿੰਦੇ ਰਹੇ ਆ। ਸਿੱਖਾਂ ਨੂੰ ਬਹੁਤ ਸਹਿਯੋਗ ਸੀ ਇਸ ਬੰਦੇ ਦਾ, ਅਤੇ ਇਸ ਕਰਕੇ ਉਸਦਾ ਨਾਂ ਮਿੱਠਾ ਮੱਲ ਰੱਖਿਆ ਉਹਨੇ। ਅਤੇ ਅਸੀਂ ਯਹੀਆ ਖਾਂ। ਥੋੜ੍ਹਾ ਜਿਹਾ ਪੀਰੀਅਡ ਆਪਾਂ ਸ਼ਾਹ ਨਵਾਜ਼ ਖਾਂ ਦਾ ਵੀ ਦੇਖਦੇ ਹਾਂ। ਸ਼ਾਹ ਨਵਾਜ਼ ਖਾਂ ਅਤੇ ਸਿੱਖਾਂ ਦੇ ਵਿਚਕਾਰ ਜਿਹੜਾ ਸੰਘਰਸ਼ ਉਹ 1747 ਅਤੇ 48 ਦਾ ਜਿਹੜਾ ਪੀਰੀਅਡ ਹੈ ਉਸ ਦੇ ਵਿੱਚ ਹੁੰਦਾ। ਯਹੀਆ ਖਾਂ ਅਤੇ ਸ਼ਾਹ ਨਵਾਜ਼ ਖਾਂ ਦੇ ਵਿਚਕਾਰ ਜਿਹੜੀ ਘਰੇਲੂ ਲੜਾਈ ਦਾ ਲਾਭ ਉਠਾ ਕੇ ਸਿੱਖ ਫਿਰ ਤੋਂ ਜਿਹੜਾ ਆਪਣੇ ਆਪ ਨੂੰ ਸੰਗਠਿਤ ਕਰ ਲੈਂਦੇ ਆ। ਸ਼ਾਹ ਨਵਾਜ਼ ਖਾਂ ਨੇ ਵੀ ਸਿੱਖਾਂ ਦੇ ਵਿਰੁੱਧ ਆਪਣੇ ਪਿਤਾ ਜਾਂ ਭਰਾ ਦੀ ਤਰ੍ਹਾਂ ਦਮਨਕਾਰੀ ਨੀਤੀ ਉਸ ਨੂੰ ਜਾਰੀ ਰੱਖਿਆ। ਪਰੰਤੂ ਜਿਹੜੇ ਉਸ ਸਮੇਂ ਹਾਲਾਤ ਸੀ ਜਿਹੜੇ ਬਹੁਤ ਬਦਲ ਗਏ ਸੀ, ਉਹ ਕਠੋਰਤਾ ਨਾਲ ਲਾਗੂ ਨਹੀਂ ਕਰ ਸਕਿਆ, ਕਿਉਂਕਿ ਇਹਨਾਂ ਦੇ ਵਿਚਕਾਰ ਜੋ ਘਰੇਲੂ ਯੁੱਧ ਚੱਲਿਆ ਉਸ ਸਮੇਂ ਸਿੱਖ ਨੇ ਆਪਣੇ ਆਪ ਨੂੰ ਸੰਗਠਿਤ ਕਰ ਲਿਆ ਸੀ। ਦੂਸਰਾ, ਯਹੀਆ ਖਾਂ ਦੇ ਸਹੁਰੇ ਵਜ਼ੀਰ ਕਮਰੁਦੀਨ ਦੀ ਅਗਵਾਈ ਵਾਲੀ ਕੇਂਦਰੀ ਮੁਗਲ ਸਰਕਾਰ, ਕਿਉਂਕਿ ਵਜ਼ੀਰ ਸੀਗਾ ਉਸ ਸਮੇਂ ਦਾ ਕਮਰੁਦੀਨ, ਉਹ ਯਹੀਆ ਖਾਂ ਦਾ ਸਹੁਰਾ ਸੀਗਾ। ਤਾਂ ਹੁਣ ਯਹੀਆ ਖਾਂ ਨੂੰ ਤਾਂ ਹਟਾ ਦਿੱਤਾ ਜਾਂਦਾ ਇਸ ਘਰੇਲੂ ਯੁੱਧ ਦੇ ਵਿੱਚ। ਤਾਂ ਫਿਰ ਉਹ ਸ਼ਾਹ ਨਵਾਜ਼ ਖਾਂ ਨੂੰ ਲਾਹੌਰ ਦੇ ਗਵਰਨਰ ਦੇ ਰੂਪ ਵਿੱਚ ਮਾਨਤਾ ਨਹੀਂ ਦਿੰਦੇ। ਦਿੱਲੀ ਵੱਲੋਂ ਮਾਨਤਾ ਜਿਹੜੀ ਸ਼ਾਹ ਨਵਾਜ਼ ਖਾਂ ਨੂੰ ਉਹ ਨਹੀਂ ਮਿਲਦੀ। ਤਾਂ ਸ਼ਾਹ ਨਵਾਜ਼ ਖਾਂ ਨੇ ਫਿਰ ਕੀ ਕਰਨਾ ਸ਼ੁਰੂ ਕੀਤਾ? ਜਲੰਧਰ ਦੇ ਦੁਆਬ ਦਾ ਫੌਜਦਾਰ ਅਦੀਨਾ ਬੇਗ ਦੇ ਨਾਲ ਜਿਹੜੇ ਆਪਣੀ ਗੱਲਬਾਤ ਗੰਢ ਧੁੱਪ ਸੀ ਜਿਹੜੀ ਉਹ ਕਰਨੀ ਸ਼ੁਰੂ ਕੀਤੀ। ਅਤੇ ਉਸਨੇ ਅਫਗਾਨ ਦਾ ਸ਼ਾਸਕ ਅਹਿਮਦ ਸ਼ਾਹ ਅਬਦਾਲੀ ਨੂੰ ਵੀ ਭਰੋਸਾ ਦਿਵਾਇਆ ਕਿ ਜੇਕਰ ਉਹ ਉਸ ਨੂੰ ਪੰਜਾਬ ਦਾ ਗਵਰਨਰ ਅਤੇ ਦਿੱਲੀ ਦਾ ਵਜ਼ੀਰ ਨਿਯੁਕਤ ਕਰ ਦੇਵੇ ਤਾਂ ਉਹਨੂੰ ਭਾਰਤ ਦਾ ਸ਼ਾਸਕ ਬਣਨ ਦੇ ਵਿੱਚ ਸਹਾਇਤਾ ਦੇਵੇਗੀ। ਤਾਂ ਅਹਿਮਦ ਸ਼ਾਹ ਅਬਦਾਲੀ ਵੀ ਚਾਹੁੰਦਾ ਸੀਗਾ। ਤਾਂ ਇਹ ਘਟਨਾ ਜਦੋਂ ਕਮਰੁਦੀਨ ਨੂੰ ਪਤਾ ਲੱਗੀ ਵੀ ਇਹਨਾਂ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਸੱਦਾ ਦਿੱਤਾ, ਤਾਂ ਉਸਨੇ ਫਿਰ ਸ਼ਾਹ ਨਵਾਜ਼ ਖਾਂ ਨੂੰ ਜਿਹੜਾ ਉਹ ਮੰਨ ਲਿਆ, ਗਵਰਨਰ ਮੰਨ ਲਿਆ।
ਤਾਂ ਉਹਨਾਂ ਦੇ ਵਿਚਕਾਰ ਸੁਲ੍ਹਾ ਸਫਾਈ ਹੋ ਗਈ। ਸ਼ਾਹ ਨਵਾਜ਼ ਖਾਂ ਤੇ ਵਜ਼ੀਰ ਕਮਰੁਦੀਨ ਮਤਲਬ ਕਿ ਦਿੱਲੀ ਦੀ ਸਰਕਾਰ ਵੱਲੋਂ ਮਾਨਤਾ ਮਿਲ ਗਈ, ਪਰ ਉਸ ਸਮੇਂ ਇਹਨੂੰ ਬਹੁਤ ਦੇਰੀ ਹੋ ਚੁੱਕੀ ਸੀ। ਜਿਹੜਾ ਅਹਿਮਦ ਸ਼ਾਹ ਅਬਦਾਲੀ ਉਹ ਤਾਂ ਆਪਣਾ ਹਮਲਾ ਕਰਨ ਦੇ ਵਾਸਤੇ ਚੱਲ ਪਿਆ ਸੀ। ਜਦੋਂ ਇੱਥੇ ਪਹੁੰਚਿਆ ਤਾਂ ਉਸ ਨੂੰ ਪਤਾ ਲੱਗਿਆ ਵੀ ਜਿਹੜਾ ਸ਼ਾਹ ਨਵਾਜ਼ ਖਾਨ ਜਿਸ ਨੇ ਸੱਦਾ ਦਿੱਤਾ ਸੀ ਉਹ ਤਾਂ ਦਿੱਲੀ ਦੀ ਤਰਫ ਹੋ ਗਿਆ। ਤਾਂ ਸ਼ਾਹ ਨਵਾਜ਼ ਖਾਨ ਪਹਿਲੇ ਪੰਜਾਬ ਛੱਡ ਕੇ ਜਿਹੜਾ ਉਹ ਦਿੱਲੀ ਪਹੁੰਚ ਗਿਆ ਸੀਗਾ। ਤਾਂ ਅਹਿਮਦ ਸ਼ਾਹ ਦਾ ਜਿਹੜਾ ਅਬਦਾਲੀ ਦਾ ਹਮਲਾ ਸੀਗਾ ਉਹ 12 ਜਨਵਰੀ 1748 ਨੂੰ ਹੋਇਆ ਸੀਗਾ। ਤਾਂ ਸ਼ਾਹ ਨਵਾਜ਼ ਖਾਨ ਭੱਜ ਜਾਂਦਾ। ਤਾਂ ਫਿਰ ਸਰਹੰਦ ਦੇ ਨੇੜੇ ਮਾਨੂਪੁਰ ਦਾ ਸਥਾਨ ਹੈ, ਉੱਥੇ ਲੜਾਈ ਹੁੰਦੀ ਹੈ ਅਫਗਾਨੀ ਫੌਜਾਂ ਦੇ ਵਿਚਕਾਰ ਤੇ ਵਜ਼ੀਰ ਕਮਰੁਦੀਨ ਦਿੱਲੀ ਦਾ ਫੌਜ ਦੇ ਵਿਚਕਾਰ ਲੜਾਈ ਹੁੰਦੀ ਹੈ, ਅਤੇ ਜਿਹਦੇ ਵਿੱਚ ਵਜ਼ੀਰ ਕਮਰੁਦੀਨ ਹੁੰਦਾ ਉਹ ਮਾਰਿਆ ਜਾਂਦਾ। ਤਾਂ ਹੁਣ ਇੱਕ ਵਜ਼ੀਰ ਕਮਰੁਦੀਨ ਦਾ ਪੁੱਤਰ ਹੁੰਦਾ ਮਨੂੰ ਮੁਆਇਨੁਲ ਮੁਲਕ, ਉਸ ਸਮੇਂ ਛੋਟੀ ਉਮਰ ਦਾ ਹੀ ਹੁੰਦਾ। ਤਾਂ ਉਹ ਲੜਾਈ ਵਿੱਚ ਅਹਿਮਦ ਸ਼ਾਹ ਅਬਦਾਲੀ ਨੂੰ ਹਰਾ ਦਿੰਦਾ। ਤਾਂ ਇਸ ਦੀ ਬਹਾਦਰੀ ਤੋਂ ਖੁਸ਼ ਹੋ ਕੇ ਜਿਹੜਾ ਉਸ ਸਮੇਂ ਦਾ ਦਿੱਲੀ ਦਾ ਬਾਦਸ਼ਾਹ ਹੁੰਦਾ ਮੁਹੰਮਦ ਸ਼ਾਹ ਰੰਗੀਲਾ, ਤਾਂ ਉਸ ਮੁਆਇਨੁਲ ਮੁਲਕ ਬਾਅਦ ਵਿੱਚ ਉਹ ਮੀਰ ਮੰਨੂ ਦੇ ਨਾਂ ਨਾਲ ਮਸ਼ਹੂਰ ਹੋਇਆ। ਤਾਂ ਉਸ ਨੂੰ ਲਾਹੌਰ ਦਾ ਜਿਹੜਾ ਸੂਬੇਦਾਰ ਉਹ ਨਿਯੁਕਤ ਕਰ ਦਿੱਤਾ ਹੈ। ਤਾਂ ਹੁਣ ਲਾਹੌਰ ਦਾ ਸੂਬੇਦਾਰ ਕੌਣ ਬਣ ਗਿਆ? ਮੀਰ ਮੰਨੂ। 1713 ਤੋਂ 26 ਤੱਕ ਅਹਿਮਦ ਸ਼ਾਹ ਅਬਦਾਲੀ ਜਿਹੜਾ ਅਬਦੁਲ ਸਮਦ ਖਾਂ ਸੀ। ਉਸ ਤੋਂ ਬਾਅਦ ਉਸਦਾ ਪੁੱਤਰ ਜ਼ਕਰੀਆ ਖਾਂ ਬਣਿਆ 26 ਤੋਂ 45। ਤਾਂ ਫਿਰ 46-47 ਦੇ ਵਿੱਚ ਜ਼ਕਰੀਆ ਖਾਂ ਦਾ ਪੁੱਤਰ ਯਾਹਿਆ ਖਾਂ। ਫਿਰ 47-48 ਦੇ ਵਿੱਚ ਜ਼ਕਰੀਆ ਖਾਂ ਦਾ ਦੂਸਰਾ ਪੁੱਤਰ ਸ਼ਾਹ ਨਵਾਜ਼ ਖਾਂ, ਅਤੇ ਹੁਣ ਮੀਰ ਮੰਨੂ 1748 ਤੋਂ ਲੈ ਕੇ ਜਿਹੜਾ 52 ਤੱਕ ਅਤੇ 52-53 ਤੱਕ ਜਿਹੜਾ ਅਫਗਾਨਾਂ ਵੱਲੋਂ ਸੂਬੇਦਾਰ ਰਹੇਗਾ। ਤਾਂ ਜਿਹੜਾ ਮੀਰ ਮੰਨੂ ਦੇ ਬਾਰੇ ਸਿੱਖਣਾ ਸੰਬੰਧ ਉਹ ਅਸੀਂ ਅਗਲੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ। ਥੈਂਕਸ, ਹੈਵ ਏ ਨਾਈਸ ਡੇ।